We teach Iqbal, but not Sahibzada Ajit Singh, Vice Chancellor on Delhi University's first Sikh history course. वो कहता है सिख और हिंदू एक ही बात है ये उन्होंने इवें कीता है Sikhs and Hindus are one. We share our culture and are not apart. We are as they are. The Sikh Gurus are our Gurus. और ये ਜਿਹੜਾ ਸਿੱਖ ਗੁਰੂਆਂ ਨੇ ਜੋ ਦਿੱਤਾ ਉਹਨਾਂ ਦੇ ਬੱਚਿਆਂ ਨੇ ਜੋ ਕੁਰਬਾਨੀਆਂ ਕੀਤੀਆਂ ਉਹ ਸਾਰੀਆਂ ਹਿੰਦੂ ਧਰਮ ਦੇ ਲਈ ਨੇ। ਇਕਬਾਲ ਜਿਹੜਾ ਹੈ ਇਹ ਤਾਂ ਜਿਨ੍ਹਾਂ ਦਾ ਐਡਵਾਈਜ਼ਰ ਸੀ ਅਸੀਂ ਉਹਨੂੰ ਕਿਉਂ ਜਿਹੜਾ ਉਹ ਯੂਲੋਜਾਈਜ਼ ਕਰ ਰਹੇ ਹਾਂ ਜਾਂ ਉਹਨੂੰ ਗਲੋਰੀਫਾਈ ਕਰ ਰਹੇ ਹਾਂ। ਦਿੱਲੀ ਕਮੇਟੀ ਵਾਲੇ ਤਾਂ ਉਹਨੂੰ ਸੱਦ ਕੇ ਸਿਰੋਪਾਓ ਪਾਉਣਗੇ ਗੱਲ 'ਚ ਕਿਉਂਕਿ RSS ਦੀ ਕਮੇਟੀ ਆ ਉਹ ਬਣੀ ਹੋਈ। ਇਵੇਂ ਉਹਨੂੰ ਕਹਿਣਗੇ ਦੇਖੋ ਜੀ ਦੇਖੋ ਇੱਥੇ ਅਸੀਂ ਹੁਣ ਸਿੱਖ ਇਤਿਹਾਸ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਉਹ ਸ਼ੁਰੂ ਹੀ ਇੱਥੋਂ ਕਰਦਾ ਹੈ ਕਿ ਸਿੱਖਾਂ ਤੇ ਹਿੰਦੂਆਂ 'ਚ ਤਾਂ ਫਰਕ ਹੀ ਕੋਈ ਨਹੀਂ। ਇਹੀ 9 ਮਾਸ ਦਾ ਰਿਸ਼ਤਾ ਜਿਹੜਾ ਅਲਟੀਮੇਟਲੀ ਐਸਿਮੀਲੇਸ਼ਨ ਦੀ ਕਹਾਣੀ ਦੇ ਉੱਤੇ ਲੱਗਾ ਹੋਇਆ ਜਿਹੜਾ ਥੰਬਨੇਲ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਹੈ ਕਿ ਆਉਂਦੇ ਸੈਸ਼ਨ ਵਿੱਚ ਸਿੱਖ ਇਤਿਹਾਸ ਸੰਬੰਧੀ ਇੱਕ ਕੋਰਸ ਸ਼ਾਮਲ ਕੀਤਾ ਜਾਏਗਾ ਜਿਸ ਵਿੱਚ ਦੱਸਿਆ ਜਾਵੇਗਾ ਕਿ ਹਿੰਦੂ ਤੇ ਸਿੱਖ ਇੱਕੋ ਹੀ ਹਨ, ਸਾਡਾ ਕੋਈ ਕਲਚਰ ਜਾਂ ਧਾਰਮਿਕ ਵਖਰੇਵਾਂ ਨਹੀਂ ਹੈ। ਇਸ ਨੂੰ ਕਹਿੰਦੇ ਹਨ ਅਸਿਮੀਲੇਸ਼ਨ ਯਾਨੀ ਕਿ ਆਪਣੇ ਵਿੱਚ ਜਜ਼ਬ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਮੈਂ ਅਕਸਰ ਆਪਣੀਆਂ ਸਪੀਚਿਸ ਦੇ ਵਿੱਚ ਪ੍ਰੈਜੈਂਟੇਸ਼ਨਸ ਦੇ ਵਿੱਚ ਮਿਲਾਨ ਕੁੰਦਰਾ ਫ੍ਰੀਲਾਂਸਰ ਉਸ ਦੀ ਇੱਕ ਕੋਟ ਨੂੰ ਦੁਹਰਾਉਂਦਾ ਹੈ ਕਿਉਂਕਿ ਉਹਦੇ 'ਚ ਜ਼ਾਹਰ ਹੈ ਵੀ ਹਰ ਵਾਰ ਨਵੀਂ ਕਰਾਊਡ ਜਾਂ ਨਵੀਂ ਆਡੀਅੰਸ ਵੀ ਹੁੰਦੀ ਹੈ ਪਰ ਕੁਝ ਚੀਜ਼ਾਂ ਇੰਨੀਆਂ ਕੁ ਅਲਟੀਮੇਟ ਟਰੂਥ ਨੇ ਕਿ ਜਿਨ੍ਹਾਂ ਨੂੰ ਜੇ ਸਾਡੇ ਜਿਹੜੇ ਵਿਕਟਮ ਨੇ ਸਟੇਟ ਇੰਡੀਅਨ ਸਟੇਟ ਦੇ ਜਾਂ ਜਿਹੜੀ ਸਾਡੀ ਅੱਜ ਲੜਾਈ ਟੋਟਲ ਵਾਰ ਜਿਹੜੀ ਸਾਡੇ ਤੇ ਵਿੱਢੀ ਹੋਈ ਹੈ ਉਸ ਦਾ ਜਿਹੜਾ ਨਿਸ਼ਾਨਾ ਬਣੇ ਹੋਏ ਨੇ ਜੇ ਉਹਨਾਂ 'ਚੋਂ ਇੱਕ ਸਮਾਲ ਪਰਸੈਂਟੇਜ ਨੂੰ ਵੀ ਸਮਝ ਆ ਜਾਏ ਕਿ ਵੀ ਚੈਲੰਜ ਕਿਸ ਲੈਵਲ ਦਾ ਹੈ। ਇਹ ਮਹਿਜ਼ ਇਲੈਕਸ਼ਨਾਂ ਜਿੱਤਣਾ ਨਹੀਂ ਹੈ ਜਿਵੇਂ ਇਹ ਹੋਇਆ ਕਿ ਜੇ ਇੰਦਰਾ ਗਾਂਧੀ ਨੇ ਸਿੱਖਾਂ ਦੇ ਖਿਲਾਫ ਜਾਂ ਇਸ ਲਈ ਕੀਤਾ ਕਿਉਂਕਿ ਅਗਲੀਆਂ ਚੋਣਾਂ ਜਿੱਤਣਾ ਚਾਹੁੰਦੀ ਸੀ ਜਾਂ BJP ਇਹ ਫਲਾਣਾ ਨਹੀਂ। ਇਹ ਜਿਹੜੀ ਸਿੱਖਇਜ਼ਮ ਦੇ ਖਿਲਾਫ ਔਰ ਜਿਵੇਂ ਮੈਂ ਅਕਸਰ ਕਹਿੰਦਾ ਕਿ ਵੀ ਇੱਕ ਪਾਕਿਸਤਾਨੀ ਸ਼ਾਇਰ ਜਿਹੜੇ ਨੇ ਉਹ ਅਕ੍ਰੋਸ ਬਾਰਡਰ ਬੈਠੇ ਅਫਜ਼ਲ ਅਹਿਸਨ ਰੰਧਾਵਾ 9 ਜੂਨ ਨੂੰ ਜਦੋਂ ਨਵਾਂ ਘੱਲੂਘਾਰਾ ਨਜ਼ਮ ਲਿਖਦੇ ਨੇ ਤੇ ਉਹ ਕਹਿੰਦੇ ਨੇ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਹੁਣ ਉਹਨਾਂ ਨੂੰ ਸਮਝ ਆ ਰਹੀ ਹੈ ਕਿ ਵੀ ਇਹ ਜਿਹੜੀ ਲੜਾਈ ਆਈਡੀਆਜ਼ ਦੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਆਈਡੀਓਲੋਜੀ ਕਿਵੇਂ ਬ੍ਰਾਹਮਣਵਾਦ ਦੀ ਧੁੰਨੀ 'ਚ ਤੀਰ ਹੈ ਤੇ ਉਸ ਆਈਡੀਓਲੋਜੀ ਨੂੰ ਮੰਨਣ ਵਾਲਿਆਂ ਨੂੰ ਐਨਾਹੀਲੇਟ ਔਰ ਐਸਿਮੀਲੇਟ ਦੋਵੇਂ ਚੀਜ਼ਾਂ ਨੇ ਕਿ ਵੀ ਜਾਂ ਤਬਾਹ ਜਿਹਨੂੰ ਸਰਵਨਾਸ਼ ਕਰ ਦੇਣਾ ਤੇ ਜਾਂ ਉਹਨਾਂ ਨੂੰ ਜਜ਼ਬ ਕਰ ਲੈਣਾ। ਲੜਾਈ ਵਿਚਾਲੇ ਜਦੋਂ ਇਸ ਕਿਸਮ ਦੀ ਹੁੰਦੀ ਹੈ ਔਰ ਤੀਸਰੀ ਨਹੀਂ ਉਹਦੇ 'ਚੋਂ ਹੀ ਘੱਲੂਘਾਰੇ ਹੁੰਦੇ ਨੇ। 18ਵੀਂ ਸਦੀ 'ਚ ਵੀ ਇਹ ਸੀ ਉਹ ਸੋਚ ਜਹਾਂਗੀਰੀ ਸੀ ਤੌਜ਼ਕੇ ਜਹਾਂਗੀਰੀ ਜਾਂ ਔਰੰਗਜ਼ੇਬੀ ਸੀ। ਇਹ ਇਸ 'ਚ ਇੱਕੋ ਹੀ ਸੀ ਕਿ ਵੀ ਜਾਂ ਗੋਡੇ ਟੇਕ ਦਿਓ ਆ ਕੇ ਜਿਵੇਂ ਰਾਜਪੂਤਾਂ ਨੇ ਬੜੇ ਬੜੇ ਅਹੁਦੇ ਲਏ ਹੋਏ ਸੀ ਆਪਣੀਆਂ ਧੀਆਂ ਦੇ ਡੋਲੇ ਦੇ ਕੇ ਉਹ ਤਾਂ ਕਹਿੰਦੇ ਸੀ ਜੀ ਇਹ ਮੁਗਲ ਰਾਜਪੂਤ ਰਾਜ ਹੈ ਸਾਂਝਾ ਰਾਜ ਹੈ ਸਾਡਾ। ਹੁਣ ਅੱਜ ਭਾਵੇਂ ਦੇਸ਼ ਭਗਤ ਬਣੇ ਹੋਏ ਨੇ ਇੱਕ ਅੱਧੇ ਨੂੰ ਛੱਡ ਕੇ ਮਹਾਰਾਣਾ ਪ੍ਰਤਾਪ ਨੂੰ ਜਾਂ ਉਸ ਤੋਂ ਪਹਿਲਾਂ ਰਾਣਾ ਸਾਂਗਾ ਨੂੰ ਬਾਕੀ ਤਾਂ ਸਭ ਨੇ ਕਬੂਲ ਲਿਆ ਸੀ। ਸਿੱਖਾਂ ਦੇ ਕਿਉਂ ਘੱਲੂਘਾਰੇ ਹੋਏ 2 ਘੱਲੂਘਾਰੇ ਇੱਕ ਸਦੀ ਕਿਉਂਕਿ ਸਿੱਖਾਂ ਨੇ ਚੈਲੰਜ ਕੀਤਾ ਸੀ ਉਸ ਪਾਰਟ ਨੂੰ ਕਿ ਭਾਈ ਨਹੀਂ ਇਹ ਸਾਨੂੰ ਕਬੂਲ ਨਹੀਂ ਹੈ ਤੂੰ ਤਾਂ ਚਾਹੁੰਦਾ 2 ਤੋਂ 1 ਕਰਨਾ ਮੈਂ ਤਾਂ 3 ਬਣਾਉਣੇ ਚਾਹੁੰਦਾ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਵਾਬ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਸ ਲੜਾਈ ਨੂੰ ਦੇਖਦੇ ਹਾਂ ਔਰ ਮੈਂ ਮਿਲਾਨ ਕੁੰਦਰਾ ਦੀ ਗੱਲ ਇਸ ਲਈ ਕਰ ਰਿਹਾ ਕਿ ਵੀ ਉਹਨੇ ਜਦੋਂ ਇਸ ਕਿਸਮ ਦੀ ਸਿਵਲਾਈਜੇਸ਼ਨਲ ਚੈਲੰਜ ਦੀ ਗੱਲ ਕੀਤੀ ਕਿ ਕਿਵੇਂ ਇੱਕ ਧਿਰ ਜਿਹੜੀ ਹੈ ਜਦੋਂ ਪਾਵਰਫੁਲ ਹੋ ਕੇ ਦੂਸਰੀ ਨੂੰ ਆਪਣੇ 'ਚ ਜਜ਼ਬ ਕਰਨਾ ਚਾਹੁੰਦੀ ਹੈ ਤੇ ਉਹ ਕੀ ਤੌਰ ਤਰੀਕੇ ਅਪਣਾਉਂਦੀ ਹੈ ਔਰ ਇਹ ਮਿਲਾਨ ਕੁੰਦਰਾ ਦੀ ਕੋਟ ਹੈ ਦ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਅ ਪੀਪਲ ਇਜ਼ ਟੂ ਡਿਸਟਰੋਏ ਇਟਸ ਬੁੱਕਸ its culture, its history. Then have somebody to write new books, invent new culture, create new history.
before long those people will forget what they were and what they are. The struggle is of memory against forgetting. ਵਿੱਚੋਂ ਇੱਕ ਹੋਰ ਕੋਟ ਹੈ ਪਰ ਮੈਂ ਉਹਨੂੰ ਨਹੀਂ ਕੋਟ ਕਰਦਾ ਕਿ ਵੀ ਜਿਹੜਾ ਕਿਸੇ ਵੀ ਕੌਮ ਨੂੰ, ਲੋਕਾਂ ਨੂੰ, ਇਹ ਪੀਪਲ ਜੇ ਤੁਸੀਂ ਲਿਕੁਇਡੇਟ ਕਰਨਾ ਹੈ, ਖ਼ਤਮ ਕਰਨਾ ਹੈ, ਤੇ ਉਹਦੇ ਕੀ ਸਟੈਪ ਨੇ ਵੀ ਉਹਨਾਂ ਦੀਆਂ ਕਿਤਾਬਾਂ ਡਿਸਟਰੋਏ ਕਰ ਦਿਓ, ਉਸ ਦੀ ਤਹਿਜ਼ੀਬ ਡਿਸਟਰੋਏ ਕਰ ਦਿਓ, ਉਹਨਾਂ ਦਾ ਇਤਿਹਾਸ ਡਿਸਟਰੋਏ ਕਰ ਦਿਓ। ਫਿਰ ਆਪਣੇ ਬੰਦੇ ਲਾਓ ਜਿਹੜੇ ਨਵੀਆਂ ਕਿਤਾਬਾਂ ਲਿਖਣ, ਨਵਾਂ ਇਤਿਹਾਸ ਸਿਰਜਣ, ਨਵੀਂ ਤਹਿਜ਼ੀਬ ਕਰਨ, ਔਰ ਹੌਲੀ 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 ਉਹ ਲੋਕ ਉਹਦੇ 'ਚ ਫਸਦੇ ਚਲੇ ਜਾਣਗੇ। ਇੱਕ ਵਕਤ ਆਏਗਾ ਕਿ ਉਹ ਭੁੱਲ ਜਾਣਗੇ ਵੀ ਉਹ ਹੈ ਕੀ ਸਨ ਤੇ ਉਹਨਾਂ ਨੂੰ ਬਣਾ ਕੇ ਦਿੱਤਾ ਗਿਆ। ਉਹਨੇ ਕਿਹਾ ਵੀ ਜਿਹੜੀ ਲੜਾਈ ਹੈ ਉਹ ਮੈਮਰੀ ਅਗੇਂਸਟ ਫੋਰਗੇਟਿੰਗ ਹੈ। ਹੁਣ ਇਹ ਸਿੱਖਾਂ ਨੂੰ ਸਮਝਣਾ ਹੋਏਗਾ ਜਦੋਂ ਇਹ ਸਾਨੂੰ ਕਹਿੰਦੇ ਨੇ ਵੀ ਜੂਨ 84 ਭੁੱਲ ਜਾਓ ਜਾਂ ਨਵੰਬਰ 84 ਭੁੱਲ ਜਾਓ, ਜਾਂ ਤੁਸੀਂ ਇਹ ਦਿਨ ਕਿਉਂ ਮਨਾਉਂਦੇ ਹੋ, ਜਾਂ ਜਦੋਂ ਕੋਈ ਘੱਲੂਘਾਰਾ ਆਉਂਦਾ ਉਹਦੇ ਨੇੜੇ ਤੇੜੇ ਕਿਸ ਕਿਸਮ ਦਾ ਫਰੇਬ ਜਾਲ ਕੋ ਬੁਣਨਾ ਸ਼ੁਰੂ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਜਦੋਂ ਤੱਕ, ਔਰ ਅਸੀਂ ਕਿਉਂ ਸਮਝਦੇ ਹਾਂ ਵੀ ਸਾਡੀਆਂ ਸ਼ਹੀਦੀ ਕਾਨਫਰੰਸਾਂ, ਸ਼ਹੀਦੀ ਦੀਵਾਨ ਇੰਪੋਰਟੈਂਟ, ਇਹ ਰਿਮਾਈਂਡਰ ਹੈ, ਇੱਕ ਜਨਰੇਸ਼ਨ ਦੂਸਰੇ ਨੂੰ ਰਿਮਾਈਂਡ ਕਰਵਾ ਰਹੀ ਹੈ ਕਿ ਕਦੇ ਨਾ ਭੁੱਲਣਾ ਕਿ ਵੀ ਸਾਡੇ ਨਾਲ ਕੀ ਹੋਇਆ ਸੀ। ਔਰ ਜ਼ਾਹਰ ਹੈ ਜੇ ਤੁਹਾਨੂੰ ਕਿਸੇ ਕਲਚਰ ਦੇ, ਕਿਸੇ ਮੁਲਕ ਦੇ, ਕਿਸੇ ਕੌਮ ਦੇ ਕੀਤੇ ਜ਼ੁਲਮ ਯਾਦ ਰਹਿਣਗੇ ਤੇ ਤੁਸੀਂ ਹੱਕਾਂ ਲਈ ਖਲੋਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਖੜੇ ਨੇ, ਚੈਲੰਜ ਵੀ ਹੈ, ਪਰ ਉਹਨਾਂ ਨੇ ਕਿਵੇਂ ਆਰਐਸਐਸ ਦੀ ਹਿੰਦੂਤਵਾ ਆਈਡੀਓਲੋਜੀ 22 ਕਰੋੜ ਮੁਸਲਮਾਨ ਤਾਂ ਉਹਨਾਂ ਨੇ ਚੁੱਪ ਕਰਾ ਦਿੱਤੇ। ਈਸਾਈਆਂ ਦੀ ਆਬਾਦੀ ਸਿੱਖਾਂ ਤੋਂ ਜ਼ਿਆਦਾ ਹੈ ਭਾਰਤ ਦੇ ਵਿੱਚ, ਉਹਨਾਂ ਦੇ ਉੱਤੇ ਵੀ ਚਰਚਾਂ ਤੇ ਹਮਲੇ, ਗੈਂਗ ਰੇਪ, ਦੂਜੇ ਤੀਜੇ ਉਹਦੇ ਥੱਲੇ ਉਹ ਵੀ ਕੁਸਕਦੇ ਨਹੀਂ ਹੈ, ਸਿਵਾਏ ਮਨੀਪੁਰ ਨੂੰ ਜਾਂ ਨਾਗਾਲੈਂਡ ਅਜੇ ਵੀ ਥੋੜ੍ਹੀ ਬਹੁਤ ਉਹਦੇ 'ਚ ਕੋਈ ਥੋੜ੍ਹੀ ਬਹੁਤ ਕਾਰਵਾਈ ਹੈ, ਬਾਕੀ ਤਾਂ ਉੱਥੇ ਕੋਈ ਹੈ ਨਹੀਂ। ਸਿੱਖ ਖਲੋਤੇ ਹੋਏ ਨੇ, ਲੇਕਿਨ ਇਹ ਨਹੀਂ ਹੈ ਵੀ ਇਸ ਸਾਰੇ ਦੇ ਥੱਲੇ ਉਹਨਾਂ ਨੇ ਇੰਡੀਅਨ ਹਿੰਦੂਤਵੀਆਂ ਨੇ ਜਿਨ੍ਹਾਂ ਦੇ ਕੋਲ ਹਕੂਮਤ ਹੈ ਉਹ ਆਪਣੇ ਉਸ ਹਥਿਆਰ ਨੂੰ ਖੁੰਡਾ ਕਰ ਦਿੱਤਾ ਐਸੀਮੀਲੇਸ਼ਨ ਵਾਲਾ ਵੀ ਜਜ਼ਬ ਕਰੋ, ਬਿਲਕੁਲ ਉਹ ਲੱਗੇ ਹੋਏ ਨੇ ਉਹਨਾਂ ਨੇ। ਔਰ ਅੱਜ ਠੀਕ ਕਿਸੇ ਨੇ ਕਿਹਾ ਕਿ ਵੀ ਇਹ ਜਿਹੜਾ ਝਗੜਾ ਹੈ ਅਕਾਲ ਤਖਤ ਨੇ ਕਿਹਨੂੰ ਤਨਖਾਹੀਆ ਬਣਾਇਆ, ਪਟਨਾ ਸਾਹਿਬ ਨੇ ਸੁਖਬੀਰ ਨੂੰ ਬਣਾਇਆ, ਅਕਾਲ ਤਖਤ ਨੇ ਉਹਨੂੰ ਨਾਲ, ਕਿ ਵੀ ਇਹ ਜਦੋਂ ਤੱਕ ਅਕਾਲੀਆਂ ਦਾ ਤੇ ਬੀਜੇਪੀ ਦਾ ਦੀ ਸਾਂਝ ਸੀ ਉਦੋਂ ਤਾਂ ਕੋਈ ਝਗੜਾ ਨਹੀਂ ਸੀ ਅਕਾਲ ਤਖਤ ਤੇ ਪਟਨਾ ਸਾਹਿਬ ਤੇ, ਇਹ ਹੁਣ ਕਿਉਂ ਹੋ ਗਿਆ? ਫਿਰ ਤੁਹਾਨੂੰ ਸਮਝ ਆਏਗੀ ਵੀ ਉਹ ਤੁਹਾਡੇ ਕਿਸ ਹੱਦ ਤੱਕ, ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਉਹਨਾਂ ਨੇ ਤਖਤ ਹਜ਼ੂਰ ਸਾਹਿਬ ਕਾਬੂ, ਪਟਨਾ ਸਾਹਿਬ ਕਾਬੂ, ਦਿੱਲੀ ਕਮੇਟੀ ਪੂਰੀ ਤਰ੍ਹਾਂ ਉਸ ਲਾਈਨ ਧਿਰ ਨਾਲ ਖਲੋਂਦੀ ਆ ਜਾ ਕੇ ਜਿਹੜੀ ਆਰਐਸਐਸ ਦੀ ਧਿਰ ਹੈ, ਔਰ ਉਹ ਤੁਹਾਡੀ ਕ੍ਰੈਡੀਬਿਲਿਟੀ ਨੂੰ ਕਿਸ ਲੈਵਲ ਦੇ ਉੱਤੇ ਚੈਲੰਜ ਕਰ ਰਹੇ ਨੇ, ਉਹ ਪਾਰਟ ਨਾਲ ਚੱਲ ਰਿਹਾ। ਹਰਿਆਣਾ ਕਮੇਟੀ, ਹੁਣ ਜੇ ਹਰਿਆਣਾ ਕਮੇਟੀ ਦਾ ਪ੍ਰਧਾਨ ਇੱਕ ਪਾਸੇ ਤਾਂ ਦਾਦੂਵਾਲ ਮਾਰਕਾ ਲੋਕ ਨੇ, ਦੂਜੇ ਪਾਸੇ ਜਗਦੀਸ਼ ਸਿੰਘ ਝੀਂਡਾ ਜਿਹੜਾ ਉਹਨੂੰ ਆਰਐਸਐਸ ਦੇ ਮੁਖੀ ਨੂੰ ਸੱਦ ਕੇ ਜਿਹੜਾ ਆਨਰ ਕਰ ਰਿਹਾ, ਤਲਵਾਰ ਵੀ ਦੇ ਰਿਹਾ, ਸਿਰੋਪਾਓ ਵੀ ਦੇ ਰਿਹਾ। ਦੂਜੀ ਧਿਰ ਜਿਹੜੀ ਦਾਦੂਵਾਲ ਦੀ ਉਹ ਕਹਿ ਰਿਹਾ ਕਿ ਜੇ ਕੋਈ ਹਰਿਆਣਾ ਕਮੇਟੀ ਪਾਗਲਖਾਨੇ ਦੀ ਬਣਾਉਣ ਦੀ ਲੋੜ ਹੈ ਉਹਦੇ ਝੀਂਡੇ ਨੂੰ ਭੇਜਣ। ਹੁਣ ਤੁਸੀਂ ਇਹ ਦੇਖੋ ਵੀ ਦਿੱਲੀ ਤੋਂ ਹਰਿਆਣੇ ਤੱਕ ਪਹੁੰਚਦੇ ਆ ਤੁਹਾਡਾ ਸਭ ਕੁਝ, ਔਰ ਅਕਾਲ ਤਖਤ ਦੇ ਉੱਤੇ ਜੋ ਸਵਾਲ ਖੜੇ ਕੀਤੇ ਹੋਏ ਨੇ, ਕਿਹੜੀਆਂ ਕਮੇਟੀਆਂ ਕਿਹੜੀਆਂ ਕੀ, ਉਹ ਬਿਲਕੁਲ ਠੀਕ। ਜਦੋਂ ਮੈਂ ਕਹਿੰਦਾ ਵੀ ਅਮਿਤ ਸ਼ਾਹ ਦੇ ਚੋਲੇ ਦੀਆਂ ਲੀਰਾਂ ਜਿਹੜੀਆਂ ਨੇ ਹਰ ਇੱਕ ਨੇ ਫੜੀਆਂ ਹੋਈਆਂ, ਉਹ ਕਿਸੇ ਨਾਲ ਵੱਲ ਤੁਸੀਂ ਦੇਖ ਲਓ। ਇਸ ਲਈ ਮੈਂ ਟਲੈਰੀ ਦੀ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਵੀ ਉਧਰ ਮਤ ਦੇਖੋ ਕਿ ਵੀ ਉਹ ਤਾਂ ਐਵੇਂ ਹੀ ਰੱਖੋ ਵੀ ਦੀਵਾ ਜਗਦਾ, ਮਹਾਰਾਜ ਦਾ ਪ੍ਰਕਾਸ਼ ਸਵੇਰੇ ਹੁੰਦਾ ਹੈ, ਸ਼ਾਮ ਨੂੰ ਸੁਖਾਸਨ ਹੁੰਦਾ ਹੈ, ਬਸ ਇੰਨਾ ਕੁ ਪਾਠ ਕੀਰਤਨ, ਦੂਜੇ ਉਹ ਧਾਮ ਤੁਹਾਡੇ ਖੁੱਲ੍ਹੇ ਨੇ, ਉਹਨਾਂ 'ਚੋਂ ਕੋਈ ਅਗਵਾਈ ਨਹੀਂ, ਉਹਦੇ 'ਚੋਂ ਹਿੰਦੂਤਵਾ ਨਿਕਲੇਗਾ ਜਿਹੜਾ ਉਹ ਕੱਢ ਰਹੇ ਨੇ। ਹੁਣ ਕਿਸ ਹੱਦ ਤੱਕ ਇੱਕ ਪਾਸੇ ਤਾਂ ਉਹਨਾਂ ਦਾ ਜਿਹੜਾ ਟੈਕਸਟ ਬੁੱਕ ਬੋਰਡ ਹੈ ਜਾਂ ਜਿਹੜਾ ਉਹਨਾਂ ਦੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਾਲ ਰਿਲੇਟਡ ਜਿਹੜੇ ਵੀ ਨੈਸ਼ਨਲ ਐਜੂਕੇਸ਼ਨ ਸਿਲੇਬਸ ਬਣਾਉਂਦੇ ਨੇ, ਹੁਣ ਇੱਕ ਪਾਸੇ ਤਾਂ ਤਮਿਲਨਾਡੂ ਅੜਿਆ ਵੀ ਹਿੰਦੀ ਵੜਨ ਨਹੀਂ ਦੇਣੀ, ਮਰਾਠਿਆਂ ਨੇ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹ ਕੁੱਟਣੇ ਸ਼ੁਰੂ ਕੀਤੇ ਹੋਏ ਨੇ, ਜਿਹੜੇ ਈਵਨ ਕਮਰਸ਼ੀਅਲ ਵੀ ਹਿੰਦੀ 'ਚ ਬੋਲਦੇ ਨੇ, ਉਹਨਾਂ ਨੇ ਉਹ ਬਿੱਲ ਵਾਪਸ ਕਰਨ ਤੇ ਲੈਣ ਤੇ ਬੀਜੇਪੀ ਨੂੰ ਮਜਬੂਰ ਕਰਤਾ ਹੈ ਜਿਹਦੇ 'ਚ ਹਿੰਦੀ ਐਜ਼ ਏ ਕੰਪਲਸਰੀ ਲੈਂਗੁਏਜ ਸੀ। ਪਰ ਪੰਜਾਬ 'ਚ ਸ਼੍ਰੋਮਣੀ ਕਮੇਟੀ ਦੀਆਂ ਪਬਲੀਕੇਸ਼ਨਸ ਦੇ ਵਿੱਚ ਤੁਹਾਨੂੰ ਆਰਐਸਐਸ ਦਾ ਜਿਹੜਾ ਨੈਰੇਟਿਵ ਹੈ ਸਿੱਖ ਇਤਿਹਾਸ ਦਾ ਉਹ ਨਜ਼ਰ ਆ ਰਿਹਾ। ਔਰ ਹੁਣ ਉਹਨਾਂ ਨੇ ਯੂਨੀਵਰਸਿਟੀਆਂ ਨੂੰ, ਖਾਸ ਤੌਰ 'ਤੇ ਸੈਂਟਰਲ ਯੂਨੀਵਰਸਿਟੀਆਂ ਜਿਹੜੀਆਂ ਬਣਾਈਆਂ, ਉਹਨਾਂ ਨੂੰ ਕਿਵੇਂ ਵਰਤੋਂ, ਇੱਕ ਪਾਸੇ ਤੋਂ ਕਹਿ ਰਹੇ ਨੇ ਜੀ ਕਿ ਅਸੀਂ ਮੁਗਲਿਆ ਰਾਜ ਦਾ ਜਿਹੜਾ ਇਹ ਪੜ੍ਹਾਈ ਜਾਂਦਾ ਉਹਨੂੰ ਅਸੀਂ ਹਟਾ ਰਹੇ ਹਾਂ। ਹੁਣ ਤੁਸੀਂ ਇਹ ਦੇਖੋਗੇ ਵੀ ਇਹ ਦਿੱਲੀ ਸੈਂਟਰਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ
ਯੋਗੇਸ਼ ਸਿੰਘ, ਉਹਨੇ ਟ੍ਰਿਬਿਊਨ ਨੂੰ ਇੱਕ ਸਪੈਸ਼ਲ ਇੰਟਰਵਿਊ ਦਿੱਤਾ ਹੈ ਔਰ ਉਸ ਸਟੋਰੀ ਨੂੰ ਟ੍ਰਿਬਿਊਨ ਨੇ ਉਹਦੀ ਪਿਕਚਰ ਲਾ ਕੇ ਪਬਲਿਸ਼ ਕੀਤਾ ਹੈ ਔਰ ਇਸ ਦੇ ਉੱਤੇ ਹੈਡਲਾਈਨ ਦਿੱਤੀ ਹੈ, ਵੀ ਟੀਚ ਇਕਬਾਲ ਬਟ ਨਾਟ ਸਾਹਿਬਜ਼ਾਦਾ ਅਜੀਤ ਸਿੰਘ, ਵਾਈਸ ਚਾਂਸਲਰ ਔਨ ਦਿੱਲੀ ਯੂਨੀਵਰਸਿਟੀ 'ਚ ਫਸਟ ਸਿੱਖ ਹਿਸਟਰੀ ਕੋਰਸ। ਪਹਿਲੀ ਗੱਲ ਤਾਂ ਅਲਾਮਾ ਇਕਬਾਲ ਦੇ ਉੱਤੇ ਨਿਸ਼ਾਨਾ ਸਾਧਿਆ ਕਿ ਦੇਖੋ ਜੀ ਉਹਨੂੰ ਹੀ ਪੜ੍ਹਾਈ ਜਾਂਦੇ ਨੇ ਇੱਥੇ। ਹੁਣ ਅਲਾਮਾ ਇਕਬਾਲ ਵੀ ਸਿੱਖ ਹਿਸਟਰੀ ਦੀ ਅਹਿਮੀਅਤ ਦੇ ਹਵਾਲੇ ਨਾਲ ਅਹਿਮੀਅਤ ਰੱਖਦਾ ਕਿਉਂਕਿ ਜੇ ਸਿੱਖੀ, ਅਲਾਮਾ ਇਕਬਾਲ ਪਾਕਿਸਤਾਨ ਦਾ ਡ੍ਰੀਮ ਦੇਣ ਵਾਲੇ ਵੀ ਨੇ, ਨੈਸ਼ਨਲ ਸ਼ਾਇਰ ਵੀ ਨੇ ਔਰ ਸਿੱਖ ਮੁਸਲਮਾਨ ਯੂਨਿਟੀ ਦੇ ਇੱਕ ਝੰਡਾ ਬਰਦਾਰ ਵੀ ਨੇ। ਔਰ ਇਹੀ ਕਾਰਨ ਹੈ ਕਿ 9 ਨਵੰਬਰ 2019 ਨੂੰ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ ਪਾਕਿਸਤਾਨ ਦੀ ਹਕੂਮਤ ਦੇ ਵੱਲੋਂ, ਤੇ ਉਹ ਜਿਹੜਾ ਮੁਹੰਮਦ ਇਕਬਾਲ ਉਹਨਾਂ ਦਾ ਜਨਮ ਦਿਨ ਸੀ, ਉਹਨਾਂ ਨੇ ਵੀ ਉਹ ਦਿਨ ਚੁਣਿਆ। ਔਰ ਇਹੀ ਇਕਬਾਲ ਹੈ ਜਿਸ ਨੇ ਇਹ ਜਦੋਂ ਇਹ ਕਿਹਾ ਕਿ ਫਿਰ ਉੱਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से। मर्द कामिल वो सांझ है। ਹੁਣ ਇਹ ਸ਼ੁਰੂ ਇੱਥੋਂ ਕਰਦਾ। ਦੇਖੋ ਜੀ ਜਿਹੜਾ ਇਕਬਾਲ ਜਿਹਨੇ ਪਾਕਿਸਤਾਨ ਦਾ ਆਈਡੀਆ ਦਿੱਤਾ ਔਰ ਦੂਜਾ ਉਹ ਤਾਂ ਪੜ੍ਹਾਇਆ ਜਾਂਦਾ ਹੈ ਇੱਥੋਂ ਦੇ ਸਿਲੇਬਸ 'ਚ। ਔਰ ਦੇਖੋ ਸਾਹਿਬਜ਼ਾਦਾ ਅਜੀਤ ਸਿੰਘ ਔਰ ਸਿੱਖ ਹਿਸਟਰੀ ਜਿਹਦੇ 'ਚ ਬਾਬਾ ਬੰਦਾ ਸਿੰਘ ਬਹਾਦਰ ਔਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਔਰ ਇਹ ਸਾਰੇ ਉਹ ਨਹੀਂ ਪੜ੍ਹਾਏ ਜਾਂਦੇ। ਫਿਰ ਉਹਨੇ ਕਿਹਾ ਜੀ ਅਸੀਂ ਹੁਣ ਦਿੱਲੀ ਯੂਨੀਵਰਸਿਟੀ ਦੇ ਵਿੱਚ ਇੱਕ ਸਪੈਸ਼ਲ ਕੋਰਸ ਸਿੱਖ ਹਿਸਟਰੀ ਦਾ ਜਿਹੜਾ ਉਹ ਸ਼ੁਰੂ ਕਰ ਰਹੇ, ਜਿਹਦੇ ਥੱਲੇ ਅਸੀਂ ਸਿੱਖ ਇਤਿਹਾਸ ਨੂੰ ਜਿਹੜਾ ਉਹ ਬਿਲਕੁਲ ਜਿਹੜਾ ਉਹ ਪੜ੍ਹਾਵਾਂਗੇ। ਔਰ ਉਹਦੇ ਮੈਂ ਐਗਜ਼ੈਕਟ ਜੇ ਲਫ਼ਜ਼ ਦੁਹਰਾ ਦਿਆਂ ਤਾਂ ਫਿਰ ਸਮਝ ਆ ਜਾਏਗਾ ਕਿ ਐਸਿਮੀਲੇਸ਼ਨ ਕਿਹਨੂੰ ਕਹਿੰਦੇ ਨੇ। ਉਹ ਕਹਿੰਦਾ ਸਿੱਖ ਔਰ ਹਿੰਦੂ ਇੱਕ ਹੀ ਬਾਤ ਹੈ। ਇਹ ਉਹਨੂੰ ਇਵੇਂ ਕੀਤਾ ਹੈ, ਸਿੱਖਸ ਐਂਡ ਹਿੰਦੂਜ਼ ਆਰ ਵਨ, ਵੀ ਸ਼ੇਅਰ ਆਵਰ ਕਲਚਰ ਐਂਡ ਆਰ ਨਾਟ ਅ ਪਾਰਟ, ਵੀ ਆਰ ਐਜ਼ ਦੇ ਆਰ, ਦਾ ਸਿੱਖ ਗੁਰੂਜ਼ ਆਰ ਆਵਰ ਗੁਰੂਜ਼। ਫਰਕ ਹੀ ਕੋਈ ਨਹੀਂ ਹੈ। ਇਹ ਤਾਂ 9 ਮਾਸ ਦਾ ਰਿਸ਼ਤਾ ਔਰ ਦੂਜਾ ਔਰ ਇਹ ਅਸੀਂ ਬਿਲਕੁਲ ਇਸ ਨੂੰ ਕਰ ਰਹੇ। ਔਰ ਇਹ ਜਿਹੜਾ ਸਿੱਖ ਗੁਰੂਆਂ ਨੇ ਜੋ ਦਿੱਤਾ ਉਹਨਾਂ ਦੇ ਬੱਚਿਆਂ ਨੇ ਜੋ ਕੁਰਬਾਨੀਆਂ ਕੀਤੀਆਂ ਉਹ ਸਾਰੀਆਂ ਹਿੰਦੂ ਧਰਮ ਦੇ ਲਈ ਨੇ। ਔਰ ਇਕਬਾਲ ਜਿਹੜਾ ਹੈ ਇਹ ਤਾਂ ਜਿਨ੍ਹਾਂ ਦਾ ਐਡਵਾਈਜ਼ਰ ਸੀ, ਅਸੀਂ ਉਹਨੂੰ ਕਿਉਂ ਜਿਹੜਾ ਉਹ ਯੂਲੋਜਾਈਜ਼ ਕਰ ਰਹੇ ਹਾਂ ਜਾਂ ਉਹਨੂੰ ਗਲੋਰੀਫਾਈ ਕਰ ਰਹੇ। ਔਰ ਉਹਨਾਂ ਨੇ ਕਿਹਾ ਜੀ ਜਿਹੜਾ ਅਸੀਂ ਹੁਣ ਚੈਪਟਰ ਬਣਾਏ ਨੇ ਇਸ ਕੋਰਸ ਦੇ, ਉਹਨਾਂ ਦੇ ਵਿੱਚ ਐਵੋਲਿਊਸ਼ਨ ਆਫ ਸਿੱਖਿਜ਼ਮ ਔਰ ਹੈਜੇਮੋਨਿਕ ਮੁਗਲ ਸਟੇਟ, ਵੀ ਕਿਵੇਂ ਗਲਬਾ ਪਾਇਆ ਮੁਗਲਾਂ ਨੇ, ਸਿੱਖ ਕਿਵੇਂ ਲੜੇ, ਮਾਰਟੀਰਡਮ ਦਾ ਕਾਨਸੈਪਟ, ਗੁਰੂ ਅਰਜਨ ਮਾਰਟੀਰਡਮ, ਗੁਰੂ ਤੇਗ ਬਹਾਦਰ ਮਾਰਟੀਰਡਮ, ਲਾਈਫ ਆਫ ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ, ਰਾਈਜ਼ ਆਫ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਬੋਤਾ ਸਿੰਘ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕੋਰਸ ਨੂੰ ਡਿਜ਼ਾਈਨ ਕੀਤਾ ਹੈ ਇੱਕ ਉਸ ਕਮੇਟੀ ਨੇ ਕੀਤਾ ਜਿਹਦੇ ਹੈੱਡ ਨੇ ਪ੍ਰੋਫੈਸਰ ਰਵਿੰਦਰ ਕੁਮਾਰ, ਹੈੱਡ ਆਫ ਡਿਪਾਰਟਮੈਂਟ ਪੰਜਾਬੀ ਦੇ ਦਿੱਲੀ। ਹੁਣ ਇਹ ਕੁਮਾਰ ਸਾਹਿਬ ਨੇ ਬਣਾਇਆ। ਇਹ ਸਿੱਖਾਂ ਨੂੰ ਦੱਸਣਗੇ ਕਿ ਸਿੱਖਾਂ ਦਾ ਇਤਿਹਾਸ ਕੀ ਹੈ। ਔਰ ਇਹਨੂੰ ਜਿਹੜਾ ਹੈ ਅਜੇ ਤੱਕ ਮੈਂ ਇਸ ਦੇ ਉੱਤੇ ਕਿਸੇ ਦਾ ਕੋਈ ਕ੍ਰਿਟਿਸਿਜ਼ਮ ਨਹੀਂ ਦੇਖਿਆ ਕਿਉਂਕਿ ਇੱਕ ਵੱਡਾ ਤਬਕਾ ਦਿੱਲੀ ਕਮੇਟੀ ਵਾਲੇ ਤਾਂ ਉਹਨੂੰ ਸੱਦ ਕੇ ਸਿਰੋਂ ਪਾਓ ਪਾਉਣਗੇ ਗੱਲ 'ਚ ਕਿਉਂਕਿ RSS ਦੀ ਕਮੇਟੀ ਆ ਉਹ ਬਣੀ ਹੋਈ। ਇਵੇਂ ਉਹਨੂੰ ਕਹਿਣਗੇ ਦੇਖੋ ਜੀ ਦੇਖੋ ਇੱਥੇ ਅਸੀਂ ਹੁਣ ਸਿੱਖ ਇਤਿਹਾਸ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਉਹ ਸ਼ੁਰੂ ਹੀ ਇੱਥੋਂ ਕਰਦਾ ਹੈ ਕਿ ਸਿੱਖਾਂ ਤੇ ਹਿੰਦੂਆਂ 'ਚ ਤਾਂ ਫਰਕ ਹੀ ਕੋਈ ਨਹੀਂ, ਇੱਕੋ ਹੀ ਕਲਚਰ ਹੈ। ਇਹੀ 9 ਮਾਸ ਦਾ ਰਿਸ਼ਤਾ ਜਿਹੜਾ ਅਲਟੀਮੇਟਲੀ ਐਸਿਮੀਲੇਸ਼ਨ ਦੀ ਕਹਾਣੀ ਦੇ ਉੱਤੇ ਲੱਗਾ ਹੋਇਆ ਜਿਹੜਾ ਥੰਬਨੇਲ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨਾ ਬ੍ਰੇਕ ਫਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।